ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਭਾਗ 60 ਅੱਜ ਤੁਹਾਡੇ ਸਨਮੁਖ ਰੱਖਣ ਲੱਗਿਆ ਹਾਂ। ਇਸ ਸਵਾਲ ਜਵਾਬ 60 ਭਾਗ ਦੇ ਨਾਲ 496 ਤੋਂ ਲੈ ਕੇ 500 ਤੱਕ ਸਵਾਲਾਂ ਦੀ ਗਿਣਤੀ ਤੁਹਾਡੇ ਸਨਮੁਖ ਆ ਜਾਵੇਗੀ। ਭਾਵ ਕਿ ਟੋਟਲ ਹੁਣ ਤੱਕ ਦੇ ਪੁੱਛੇ ਗਏ 500 ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਨੇ। ਹੁਣ ਆਪਾਂ ਤਤ ਗੁਰਮਤ ਗਿਆਨ YouTube ਚੈਨਲ ਵੱਲੋਂ ਜੋ ਇਹ ਕਾਰਜ ਕੀਤਾ ਜਾ ਰਿਹਾ ਹੈ ਉਸ ਨੂੰ ਅੱਗੇ ਤੋਰਦੇ ਹਾਂ। ਸਵਾਲ ਨੰਬਰ 496 ਤੁਹਾਡੇ ਸਾਹਮਣੇ ਰੱਖਣ ਲੱਗਿਆ। ਇਹ ਹੈ ਭਾਈ ਸਰਬਜੀਤ ਸਿੰਘ ਬੰਗਾ। ਇਹਨਾਂ ਦਾ ਸਵਾਲ ਹੈ, ਸਤਿਗੁਰ ਤੁਮਰੇ ਕਾਜ ਸੰਵਾਰੇ। ਗੁਰਬਾਣੀ 'ਚ ਸਾਨੂੰ ਲਿਖਿਆ ਮਿਲਦਾ ਹੈ, ਸਟੇਜਾਂ 'ਤੇ ਇਹ ਬੋਲਿਆ ਜਾਂਦਾ ਹੈ, ਪਰ ਹਰ ਮਨੁੱਖ ਨੇ ਕਾਰਜ ਤਾਂ ਆਪਣੇ ਆਪ ਕਰਨੇ ਹੁੰਦੇ ਨੇ, ਆਪ ਹੀ ਉਹ ਕੰਮ ਕਰ ਰਿਹਾ ਹੁੰਦਾ ਹੈ। ਅਤੇ ਫਿਰ ਇਹਦਾ ਕੀ ਮਤਲਬ ਹੈ ਕਿ ਸਤਿਗੁਰ ਤੁਮਰੇ ਕਾਜ ਸੰਵਾਰੇ। ਇਹ ਜਿਹੜਾ ਸ਼ਬਦ ਹੈ ਇਹ ਪੰਨਾ ਨੰਬਰ 201 'ਤੇ ਸੁਭਾਏਮਾਨ ਹੈ। ਇਹ ਸ਼ਬਦ ਤੋਂ ਅੱਗੇ ਅਤੇ ਪਿੱਛੇ ਜਿਹੜਾ ਹੋਰ ਬਹੁਤ ਕੁਝ ਗੁਰੂ ਸਾਹਿਬ ਨੇ ਲਿਖਿਆ ਆਪਾਂ ਉਹਦਾ ਕਦੀ ਵੀ ਧਿਆਨ ਨਹੀਂ ਦਿੰਦੇ। ਕੇਵਲ ਇੱਕ ਪੰਗਤੀ ਜਿਹੜੀ ਕਿਸੇ ਨੇ ਸੁਣਾ ਦਿੱਤੀ ਉਸੇ ਨੂੰ ਉਸੇ ਰੂਪ 'ਚ ਮੰਨ ਕੇ ਬਹਿ ਜਾਂਦੇ ਹਾਂ ਜਿਵੇਂ ਸਾਨੂੰ ਪ੍ਰਚਾਰਕ ਜਾਂ ਕੋਈ ਦੂਜਾ ਬੰਦਾ ਸੁਣਾ ਦਿੰਦਾ। ਆਪਣੇ ਦਿਮਾਗ ਦੀ ਵਰਤੋਂ ਅਸੀਂ ਆਮ ਤੌਰ 'ਤੇ ਨਹੀਂ ਕਰਦੇ। ਹੁਣ ਇੱਥੇ ਲਿਖਿਆ ਸਾਫ਼, ਗੌੜੀ ਮਹੱਲਾ ਪੰਜਵਾਂ, ਥਿਰ ਘਰ ਬੈਸੋ ਹਰਜਨ ਪਿਆਰੇ। ਭਾਵ ਕਿ ਹੇ ਮੇਰੇ ਮਨ, ਭਟਕਣਾ 'ਚ ਕਦੀ ਨਾ ਪਈ, ਟਿਕਾਓ 'ਚ ਰਹੀਂ। ਸਤਿਗੁਰ ਤੁਮਰੇ ਕਾਜ ਸੰਵਾਰੇ। ਸਤਿਗੁਰ ਇੱਥੇ ਕੀ ਹੈ? ਗਿਆਨ ਹੈ। ਜੇ ਤੂੰ ਅਕਲ ਤੋਂ ਗਿਆਨ ਤੋਂ ਕੰਮ ਲਵੇਂਗਾ ਤੇਰੇ ਸਾਰੇ ਕਾਰਜ ਠੀਕ ਹੁੰਦੇ ਜਾਣਗੇ। ਜਦੋਂ ਤੂੰ ਅਕਲਬੰਦ ਬਣ ਗਿਆ ਫਿਰ ਕੀ ਹੋਵੇਗਾ? ਦੁਸ਼ਟ ਦੂਤ ਪਰਮੇਸ਼ਰ ਮਾਰੇ। ਤੇਰੇ ਜਿਹੜੇ ਦੁਸ਼ਟ ਨੇ, ਤੈਨੂੰ ਕੁਰਾਹੇ ਪਾਉਣ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹੋਰ ਜਿਹੜੇ ਸੰਸਾਰ ਦੇ ਵਿੱਚ ਵਿਚਰਨ ਵਾਲੇ ਤੇਰੇ ਵਿਰੋਧੀ ਨੇ, ਤੂੰ ਉਹਨਾਂ 'ਤੇ ਕਾਬੂ ਪਾ ਲਵੇਂਗਾ। ਮਨ ਕੀ ਜਨ ਕੀ ਪੈਜ ਰੱਖੀ ਕਰਤਾਰੇ। ਤੂੰ ਆਪਣੀ ਇੱਜ਼ਤ ਨਾਲ ਜ਼ਿੰਦਗੀ ਜਿਉ ਸਕੇਂਗਾ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਇਸ ਢੰਗ ਦੇ ਨਾਲ ਜੇ ਤੂੰ ਚੱਲੇਂਗਾ ਤੂੰ ਬਾਦਸ਼ਾਹ ਬਣ ਜਾਵੇਂਗਾ ਅਤੇ ਤੇਰੇ ਹੋਰ ਸਾਰੇ ਅਧੀਨ ਹੋ ਜਾਣਗੇ। ਭਾਵ ਕਿ ਤੂੰ ਸਭ ਦੇ ਉੱਤੇ ਹਾਵੀ ਹੋ ਜਾਵੇਂਗਾ। ਅੰਮ੍ਰਿਤ ਨਾਮ ਮਹਾਰਸ ਪੀਨੇ। ਤੂੰ ਇੱਕ ਤਰ੍ਹਾਂ ਦਾ ਅੰਮ੍ਰਿਤ ਵਰਗੀ ਜ਼ਿੰਦਗੀ ਵਧੀਆ ਜੀਵੇਂਗਾ। ਨਿਰਭਉ ਹੋਏ ਭਜੋ ਭਗਵਾਨ। ਨਿਰਭਉ ਡਰ ਰਹਿਤ ਹੋ ਕੇ ਰੱਬ ਨੂੰ ਹਿਰਦੇ 'ਚ ਵਸਾਓ, ਹੋਰ ਕਿਸੇ ਦੀ ਗੁਲਾਮੀ ਸਵੀਕਾਰ ਨਾ ਕਰੋ। ਸਾਧ ਸੰਗਤ ਮਿਲ ਕੀਨੋ ਦਾਨ। ਸਾਧ ਸੰਗਤ ਤੋਂ ਚੰਗੀ ਮੱਤ ਲਵੋ, ਰਲ ਮਿਲ ਕੇ ਚੱਲੋ, ਸਮਾਜ ਦੀ ਉਸਾਰੀ ਕਰੋ, ਆਪਣਾ ਯੋਗਦਾਨ ਪਾਓ ਚੰਗੇ ਇਨਸਾਨ, ਚੰਗਾ ਆਲਾ ਦੁਆਲਾ ਬਣਾਉਣ ਦੇ ਵਿੱਚ। ਸ਼ਰਨ ਪਰੇ ਪ੍ਰਭ ਅੰਤਰਜਾਮੀ। ਉਸ ਪ੍ਰਭੂ ਪਰਮਾਤਮਾ ਜਿਹੜਾ ਕਿ ਸਾਡੇ ਅੰਦਰ ਹੀ ਵਸਦਾ ਹੈ ਉਹਦੀ ਸ਼ਰਨ 'ਚ ਰਹੋ। ਭਾਵ ਕਿ ਗਿਆਨ ਤੋਂ ਅਕਲ ਤੋਂ ਕੰਮ ਲਓ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਅਤੇ ਉਸ ਪ੍ਰਭੂ ਪਰਮਾਤਮਾ ਦੀ ਜਿਹੜਾ ਓਟ ਪਕੜ ਲੈਂਦਾ ਹੈ, ਭਾਵ ਕਿ ਉਹਦੀ ਸ਼ਰਨ 'ਚ ਆ ਜਾਂਦਾ, ਫਿਰ ਉਹਨੂੰ ਕਿਸੇ ਦਾ ਡਰ ਭੈ ਨਹੀਂ ਰਹਿੰਦਾ। ਇੱਥੇ ਹੋਰ ਬਹੁਤ ਸਾਰੇ ਸ਼ਬਦ ਨੇ ਜਿਹੜੇ ਕਿ ਅਸੀਂ ਜੇ ਪੜ੍ਹ ਲਈਏ ਤਾਂ ਉਹਨਾਂ ਦਾ ਜਵਾਬ ਆਮ ਤੌਰ 'ਤੇ ਸਾਨੂੰ ਆਪਣੇ ਆਪ ਹੀ ਮਿਲ ਜਾਂਦਾ। ਪਰ ਦੁਖਦਾਈ ਪੱਖ ਇਹੀ ਹੈ ਕਿ ਜਿਹੜਾ ਵੀ ਪ੍ਰਚਾਰਕ ਇੱਕ ਅੱਧੀ ਪੰਗਤੀ ਸਟੇਜ 'ਤੇ ਬੋਲ ਦਿੰਦਾ ਜਾਂ ਫਿਰ ਸਾਡੇ ਸਾਹਮਣੇ ਉਸ ਤਰ੍ਹਾਂ ਕਿਤੇ ਕੋਈ ਹਵਾਲਾ ਦੇ ਦਿੰਦਾ, ਅਸੀਂ ਉਹਦਾ ਸਿਰ ਸੁੱਟ ਕੇ ਗੱਲ ਮੰਨ ਲੈਂਦੇ ਹਾਂ। ਅਤੇ ਜੇ ਕਿਤੇ ਅੱਜ ਕੱਲ੍ਹ ਤਾਂ ਮੋਬਾਈਲਾਂ ਦੇ ਵਿੱਚ ਗੁਰਬਾਣੀ ਆ ਚੁੱਕੀ ਹੋਈ ਹੈ, ਤੁਸੀਂ ਮੋਬਾਈਲ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਡਾਊਨਲੋਡ ਕਰਵਾ ਲਓ। ਜਦੋਂ ਕੋਈ ਬੰਦਾ ਇਹੋ ਜਿਹੇ ਸ਼ਬਦ ਦੀ ਕੋਈ ਪੰਗਤੀ ਪੜ੍ਹ ਕੇ ਸੁਣਾਉਂਦਾ, ਉਹਨੂੰ ਕਹਿੰਦੇ ਰੁਕ ਜਾ ਜਰਾ ਕਿ ਇੱਥੇ ਰੋਕ ਲਓ। ਰੋਕ ਕੇ ਆਪਣੇ ਮੋਬਾਈਲ ਦੇ ਵਿੱਚੋਂ ਗੁਰਬਾਣੀ ਦਾ ਉਹ ਸ਼ਬਦ ਕੱਢ ਲਓ, ਉਹਦੇ ਸਾਹਮਣੇ ਰੱਖ ਦਿਓ ਕਿ ਜਿਹੜਾ ਕੋਈ ਤੂੰ ਕਹਿੰਦਾ ਸੀ ਉਹਦੇ ਅਰਥ ਤਾਂ ਇਹ ਬਣਦੇ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਬਣਦੀ ਹੈ। ਜਾਂ ਫਿਰ ਤੂੰ ਇਹੋ ਜਿਹੀਆਂ ਜਿਹੜੀਆਂ ਗਲਤ ਰਵਾਇਤਾਂ ਕਿਉਂ ਇਹਨਾਂ ਨੂੰ ਮਨਾਉਣ ਲੱਗਿਆ ਹੋਏ ਹੈ, ਕਿਉਂ ਲੋਕਾਂ ਨੂੰ ਕੁਰਾਹੇ ਪਾਉਣ ਲੱਗੇ ਹੈ। ਸੋ ਇਸ ਤਰ੍ਹਾਂ ਜਦੋਂ ਉਹਨਾਂ ਨੂੰ ਤੁਸੀਂ ਇੱਕ ਇੱਕ ਪੰਗਤੀ ਸੁਣਾਉਣ ਵਾਲਿਆਂ ਨੂੰ ਅੱਗੋਂ ਸਵਾਲ ਜਵਾਬ ਕਰੋਗੇ, ਘੇਰੋਗੇ, ਫਿਰ ਅੱਗੋਂ ਉਹ ਮੁੜ ਕੇ ਇਹੋ ਜਿਹੀਆਂ ਜਿਹੜੀਆਂ ਪੰਗਤੀਆਂ ਦੇ ਹਵਾਲੇ ਦੇ ਕੇ ਤੁਹਾਨੂੰ ਗੁੰਮਰਾਹ ਨਹੀਂ ਕਰਨਗੇ। ਗੁਰਬਾਣੀ ਸਾਨੂੰ ਸਿੱਧਾ ਸਪਸ਼ਟ ਜੀਵਨ ਜਿਉਣ ਦੀ ਹਦਾਇਤ ਕਰਦੀ ਹੈ, ਨਾ ਕਿ ਅਜਿਹੇ ਭੰਬਲ ਭੂਸਿਆਂ 'ਚ ਪਾਉਂਦੀ ਹੈ ਜਿਹੜਾ ਕਿ ਸਾਡੇ ਪ੍ਰਚਾਰਕ ਆਦਿਕ ਸਾਨੂੰ ਸੁਣਾਈ ਜਾ ਰਹੇ ਨੇ। ਸਵਾਲ ਨੰਬਰ ਹੈ 497 ਭਾਈ ਸਰਬਜੀਤ ਸਿੰਘ ਬੰਗਾ। ਇਹਨਾਂ ਦਾ ਸਵਾਲ ਹੈ ਕਿ ਸੋਦਰ ਦੀ ਪੌੜੀ ਵਿੱਚ ਜੋ ਲਿਖਿਆ ਹੈ ਕਿ ਦੇਵੀਆਂ ਦੇਵਤੇ ਪ੍ਰਮਾਤਮਾ ਦਾ ਗੁਣ ਗਾਉਣ ਕਰਦੇ ਨੇ,
ਕੀ ਇਹ ਦੇਵੀ ਦੇਵਤੇ ਸੱਚਮੁੱਚ ਹੈਗੇ ਨੇ? ਇਹਨਾਂ ਦੀ ਹੋਂਦ ਹੈਗੀ ਹੈ? ਕੀ ਇਹਨਾਂ ਨੂੰ ਗੁਰੂ ਸਾਹਿਬ ਨੇ ਸਵੀਕਾਰ ਕੀਤਾ ਹੈ? ਨਹੀਂ ਗੁਰੂ ਪਿਆਰ ਵਾਲਿਓ, ਗੱਲ ਇਹ ਹੈ ਕਿ ਸਮਾਜ ਦੇ ਲੋਕਾਂ ਵਿੱਚ ਇਹਨਾਂ ਦੇਵੀ ਦੇਵਤਿਆਂ ਦੀਆਂ ਸਦੀਆਂ ਤੋਂ ਮਾਨਤਾਵਾਂ ਚੱਲਦੀਆਂ ਆ ਰਹੀਆਂ ਸੀ। ਪੁਜਾਰੀ ਨੇ ਲੋਕਾਂ ਦੇ ਮਨਾਂ 'ਚ ਦੇਵੀ ਦੇਵਤੇ ਬਿਠਾਏ ਹੋਏ ਸੀ, ਅਤੇ ਇੱਥੇ ਤਾਂ ਪੱਥਰਾਂ ਦੇ ਦੇਵੀ ਦੇਵਤੇ ਵੀ ਰੱਬ ਭਗਵਾਨ ਬਣੇ ਹੋਏ ਨੇ। ਇੱਥੇ ਸੂਰ ਵੀ ਇੱਕ ਭਗਵਾਨ ਦਾ ਰੂਪ ਹੈ, ਜਿਹੜੇ 24 ਅਵਤਾਰ ਮੰਨੇ ਗਏ ਨੇ ਵੇਦਾਂ ਗ੍ਰੰਥਾਂ ਪੁਰਾਣਾਂ ਦੇ ਵਿੱਚ, ਪੁਰਾਤਨ ਕਿਤਾਬਾਂ ਦੇ ਵਿੱਚ ਜਿਹੜੇ 24 ਅਵਤਾਰ ਆਖਿਆ ਗਿਆ, ਉਹਨਾਂ ਦੇ ਵਿੱਚੋਂ ਵਰਾਹ ਅਵਤਾਰ ਵੀ ਇੱਕ ਹੈ। ਵਰਾਹ ਮੈਨੇ ਸੂਰ ਹੁੰਦਾ ਹੈ। ਇਸ ਤਰ੍ਹਾਂ 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 ਦੇ ਅਵਤਾਰ ਆਦਿਕ ਇੱਥੇ ਮਿੱਥ ਲਏ ਗਏ, ਜਿਹੜੇ ਕਿ ਕਾਲਪਨਿਕ ਨੇ, ਅਸਲੀਅਤ ਦੇ ਵਿੱਚ ਨਹੀਂ ਹੈਗੇ। ਗੁਰੂ ਸਾਹਿਬ ਨੇ ਇਹਨਾਂ ਦੇਵੀਆਂ ਦੇਵਤਿਆਂ ਨੂੰ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰਾਮ ਨੂੰ ਵੀ ਰੋਂਦਾ ਲਿਖਵਾਇਆ ਗਿਆ। ਪਾਂਡੇ ਤੁਮਰਾ ਰਾਮਚੰਦ ਸੋ ਵੀ ਆਬਦ ਦੇਖਿਆ, ਤਾਂ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਈ ਗਮਾਈ ਥੀ। ਇਸੇ ਤਰ੍ਹਾਂ ਕ੍ਰਿਸ਼ਨ ਨੇ ਪਾਰਜਾਤ ਗੋਪੀ ਲੈ ਆਇਆ, ਬਿੰਦਰਾ ਬਣ ਮੈਂ ਰੰਗ ਕੀਆ। ਇਹ ਦੇਵੀਆਂ ਦੇਵਤੇ ਨੂੰ ਗੁਰੂ ਸਾਹਿਬ ਤਾਂ ਇਹ ਕਹਿੰਦੇ ਦੇਵੀ ਦੇਵਾ ਮੂਲ ਹੈ ਮਾਇਆ। ਇਹ ਤਾਂ ਇੱਕ ਤਰ੍ਹਾਂ ਦੀ ਮਿੱਥੀ ਹੋਈ ਗੱਲ ਹੈ। ਦੇਵੀਆਂ ਦੇਵਤੇ ਅਸਲੀਅਤ ਦੇ ਵਿੱਚ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਨਾ ਕੋਈ ਜਨਮ ਲੈ ਸਕਦਾ, ਨਾ ਕੋਈ ਜ਼ਿੰਦਗੀ ਜਿਉ ਸਕਦਾ, ਅਤੇ ਨਾ ਕਿਸੇ ਦੀ ਇਸ ਤਰ੍ਹਾਂ ਮੌਤ ਹੁੰਦੀ ਹੈ, ਅਤੇ ਨਾ ਬਾਰ-ਬਾਰ ਪ੍ਰਗਟ ਹੋ ਸਕਦਾ। ਇਹ ਕੇਵਲ ਪੁਜਾਰੀ ਦੀਆਂ ਕਾਢਾਂ ਨੇ। ਗੁਰੂ ਸਾਹਿਬ ਨੇ ਕੇਵਲ ਅਤੇ ਕੇਵਲ ਇਹ ਆਖਿਆ ਕਿ ਪ੍ਰਮਾਤਮਾ ਰੱਬ ਸਾਰਿਆਂ ਤੋਂ ਵੱਡਾ ਹੈ। ਜੇ ਮੰਨ ਲਈਏ ਇਹ ਦੇਵੀ ਦੇਵਤੇ, ਤਾਂ ਇਹ ਤਾਂ ਰੱਬ ਦਾ ਗੁਣ ਗਾਇਨ ਕਰਦੇ ਨੇ, ਰੱਬ ਦੇ ਚਰਨਾਂ 'ਚ ਬੈਠੇ ਨੇ। ਇੱਥੇ ਇਹ ਵੀ ਧਿਆਨ ਰਵੇ, ਅਤੇ ਇੱਥੇ ਤਾਂ ਇਹ ਵੀ ਲਿਖਿਆ ਹੈ ਗਾਵਣ ਤੁਧ ਨੂੰ ਪੌਣ ਪਾਣੀ ਬੈ ਸੰਤਰ। ਇੱਥੇ ਤਾਂ ਇਹ ਵੀ ਲਿਖਿਆ ਕਿ ਤੈਨੂੰ ਤਾਂ ਹੇ ਪ੍ਰਮਾਤਮਾ ਪੌਣ ਹਵਾ, ਪਾਣੀ, ਅੱਗ, ਇਹ ਵੀ ਤੇਰੇ ਗੁਣ ਗਾਇਨ ਕਰਦੇ ਨੇ। ਹੁਣ ਅੱਗ ਅਤੇ ਹਵਾ ਦੇ ਤਾਂ ਜੀਵ ਨਹੀਂ ਹੈ, ਉਹਨਾਂ ਦਾ ਸਰੀਰ ਨਹੀਂ ਹੈ, ਅਤੇ ਉਹ ਫਿਰ ਕਿਵੇਂ ਗੁਣ ਗਾਇਨ ਕਰਦੇ ਨੇ? ਭਾਵ ਕਿ ਆਪਣੇ ਨਿਯਮ ਦੇ ਵਿੱਚ ਉਹ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਉਹ ਕਰਦੇ ਨੇ। ਭਾਵ ਇਹਨਾਂ ਚੀਜ਼ਾਂ ਦੇ ਪਿੱਛੇ ਇੱਕ ਵੱਡਾ ਨਿਯਮ ਚੱਲ ਰਿਹਾ ਹੈ, ਅਤੇ ਉਹ ਨਿਯਮ ਦੇ ਅਧੀਨ ਇਹ ਸਾਰੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਤੋ ਇਹ ਕੇਵਲ ਸਮਝਾਉਣ ਦੇ ਢੰਗ ਹੁੰਦੇ ਨੇ ਕਿ ਸਾਰਿਆਂ ਦੀ ਗਿਣਤੀ ਮਿਣਤੀ ਕਰਕੇ ਗੁਰੂ ਸਾਹਿਬ ਇਹ ਦੱਸ ਰਹੇ ਨੇ ਕਿ ਪਰਮਾਤਮਾ ਮਹਾਨ ਸ਼ਕਤੀ ਇਹਨਾਂ ਸਾਰਿਆਂ ਤੋਂ ਉੱਤੇ ਹੈ। ਇਹਨਾਂ ਨੂੰ ਕਿਤੇ ਮਾਨਤਾ ਪੂਜਾ ਇਹਨਾਂ ਦੀ ਕਰਨ ਨਾ ਲੱਗ ਪਿਓ। ਇਹਨਾਂ ਦੀ ਕੋਈ ਹਸਤੀ ਹੋਂਦ ਨਹੀਂ ਹੈ, ਅਤੇ ਅਸੀਂ ਇਹਨਾਂ ਨੂੰ ਸਿਰ 'ਤੇ ਆਪਣੇ ਨਹੀਂ ਬਿਠਾਉਣਾ। ਬਹੁਤ ਸਾਰੇ ਸ਼ਬਦ ਇਹੋ ਜਿਹੇ ਗੁਰਬਾਣੀ ਦੇ ਵਿੱਚੋਂ ਮਿਲ ਜਾਂਦੇ ਨੇ, ਜਿਹੜੇ ਸਿੱਧੇ ਨਾਮ ਲੈ ਕੇ ਦੇਵੀਆਂ ਦੇਵਤਿਆਂ ਆਦਿਕ ਨੂੰ ਰੱਦ ਕਰਦੇ ਨੇ। ਅਤੇ ਗੁਰੂ ਪਿਆਰ ਵਾਲਿਓ, ਇਹ ਜਿਹੜੀ ਸਾਰੀ ਦੀ ਸਾਰੀ ਪੌੜੀ ਹੈ, ਕੇਵਲ ਸਾਰਾ ਕੁਝ ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ। ਗੁਰੂ ਨਾਨਕ ਸਾਹਿਬ ਤਾਂ ਇੱਥੋਂ ਵੀ ਕਹਿੰਦੇ ਨੇ ਕਿ ਹੋਰ ਕਿੰਨੇ ਤੈਨੂੰ ਗਾ ਰਹੇ ਨੇ, ਤੇਰਾ ਨਾਮ ਲੈ ਰਹੇ ਨੇ, ਮੈਨੂੰ ਸਾਰੇ ਤਾਂ ਚੇਤੇ ਦੇ ਵਿੱਚ ਵੀ ਨਹੀਂ ਹੈਗੇ, ਜਾਂ ਮੈਂ ਉਹਨਾਂ ਨੂੰ ਬੋਲ ਜਾਂ ਲਿਖ ਵੀ ਨਹੀਂ ਸਕਦਾ। ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਆ ਵਿਚਾਰੇ। ਮੈਂ ਕੀ ਵਿਚਾਰ ਕਰਾਂ? ਭਾਵ ਸਭ ਤੋਂ ਉੱਤਮ, ਸਭ ਤੋਂ ਮਹਾਨ, ਸਭ ਦੀ ਸਿਰਜਣਾ ਕਰਨ ਵਾਲੀ ਇੱਕ ਮਹਾਨ ਹਸਤੀ ਹੈ ਜਿਹੜੀ, ਉਹ ਸਭ ਤੋਂ ਉੱਤਮ ਹੈ, ਨਾ ਕਿ ਇਹ ਦੇਵੀਆਂ ਦੇਵਤੇ। ਇਹ ਤਾਂ ਉਹਦਾ ਗੁਣ ਗਾਇਨ ਕਰਦੇ ਦਿਖਾਉਣ ਦਾ ਭਾਵ ਹੈ ਕਿ ਇਹ ਸਾਰੇ ਬਹੁਤ ਛੋਟੇ ਨੇ, ਇਹਨਾਂ ਦੀ ਪੂਜਾ ਮਾਨਤਾ ਕਰਨ ਨਾ ਲੱਗ ਜਾਇਓ। ਸਵਾਲ ਨੰਬਰ 498 ਭਾਈ ਸਰਬਜੀਤ ਸਿੰਘ ਦਾ ਹੀ ਹੈ ਇਹ ਵੀ ਸਵਾਲ। ਇਹਨਾਂ ਨੇ ਅਗਲਾ ਸਵਾਲ ਕੀਤਾ ਹੈ ਕਿ ਇੱਕ 1396 ਪੰਨੇ ਦੇ ਉੱਤੇ ਭੱਟਾਂ ਦੇ ਸਵਈਆਂ ਦੇ ਵਿੱਚ ਇੱਕ ਸਵਈਆ ਆਉਂਦਾ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੋ, ਕਬ ਜਨ ਭਲ ਉਹਨੂੰ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਹਨਾਂ ਨੇ ਇਹ ਪੰਕਤੀਆਂ ਲਿਖ ਕੇ ਭੇਜੀਆਂ ਸੀ ਕਿ ਇਹਦਾ ਕੀ ਭਾਵ ਹੈ। ਇਹ ਤਾਂ ਗੁਰੂ ਸਾਹਿਬ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਹੀ ਸਭ ਕੁਝ ਹੋ, ਇਹਦਾ ਕੋਈ ਥੋੜ੍ਹਾ ਜਿਹਾ ਵਿਸਥਾਰ ਨਾਲ ਸਮਝਾਓ। ਇੱਥੇ ਜਦੋਂ ਆਪਾਂ ਇਹ ਸਾਰਾ ਸਵਈਆ ਪੜ੍ਹਾਂਗੇ ਤਾਂ ਬਹੁਤ ਹੱਦ ਤੱਕ ਜਵਾਬ ਮਿਲ ਜਾਵੇਗਾ, ਪਰ ਜਦੋਂ ਅੱਗੇ ਪਿੱਛੇ ਵਾਲੇ ਹੋਰ ਸਵਈਏ ਪੜ੍ਹਾਂਗੇ ਫਿਰ ਤਾਂ ਪੂਰੀ ਤਰ੍ਹਾਂ ਗੱਲ ਕਲੀਅਰ ਹੋ ਜਾਵੇਗੀ। ਅਤੇ ਇਸ ਸਵਈਏ ਦੇ ਵਿੱਚ ਭੱਟ ਜੀ ਲਿਖਦੇ ਨੇ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨੂੰ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ
ਤੋਹੇ ਬਣ ਆਵੈ। ਭੱਟ ਜੀ ਫਰਮਾਨ ਕਰਦੇ ਨੇ ਕਿ ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੇਰੇ ਗੁਣ ਇੰਨੇ ਜ਼ਿਆਦੇ ਨੇ ਮੈਂ ਬਿਆਨ ਨਹੀਂ ਕਰ ਸਕਦਾ। ਜਿਵੇਂ ਬੱਦਲਾਂ ਦੇ ਵਿੱਚੋਂ ਬਰਸਾਤ ਦੇ ਸਮੇਂ ਛੋਟੀਆਂ ਛੋਟੀਆਂ ਕਣੀਆਂ ਬੂੰਦਾਂ ਡਿੱਗਦੀਆਂ ਨੇ, ਉਹ ਕਿੰਨੀਆਂ ਹੁੰਦੀਆਂ ਨੇ ਉਹ ਕੋਈ ਗਿਣਤੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਤੁਹਾਡੇ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸਾਡੇ ਸਰੀਰ ਦੇ ਉੱਤੇ ਜਿੰਨੇ ਵਾਲ ਨੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਵੇਂ ਖੁਸ਼ਬੂ ਹੈ ਫੁੱਲਾਂ ਦੇ ਵਿੱਚੋਂ ਆਉਂਦੀ ਹੈ, ਉਹ ਖੁਸ਼ਬੂ ਕਿੰਨੀ ਦੂਰ ਤੱਕ ਫੈਲਦੀ ਹੈ ਅਤੇ ਉਹ ਬਿਆਨ ਤੋਂ ਬਾਹਰ ਹੀ ਹੁੰਦੀ ਹੈ। ਰਬ ਸਸ ਕਿਰਨ ਉਧਰ ਸਾਗਰ ਕੋ, ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ ਸਮੁੰਦਰ 'ਚ ਪੈਂਦੀਆਂ ਨੇ, ਉਹ ਕਿਰਨਾਂ ਕਿੰਨੀਆਂ ਕੁ ਨੇ, ਕਿੰਨੀ ਕੁ ਦੂਰੋਂ ਆਉਂਦੀਆਂ ਨੇ, ਕਿਵੇਂ ਚਮਕ ਪੈਦਾ ਕਰਦੀਆਂ ਨੇ, ਉਹਨਾਂ ਦਾ ਕੋਈ ਬਿਆਨ ਨਹੀਂ ਕਰ ਸਕਦਾ। ਗੰਗ ਤਰੰਗ ਅੰਤ ਕੋ ਪਾਵੈ, ਗੰਗਾ ਦੇ ਵਿੱਚ ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਪਾਣੀ ਉੱਚਾ ਨੀਵਾਂ ਹੁੰਦਾ, ਉਹ ਕੋਈ ਗਿਣਤੀ ਮਿਣਤੀ ਨਹੀਂ ਹੁੰਦੀ। ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੇ ਗੁਣ ਵੀ ਇਸੇ ਤਰ੍ਹਾਂ ਬੇਅੰਤ ਨੇ, ਬੇਅੰਤ ਨੇ। ਅਸੀਂ ਤੁਹਾਡੇ ਗੁਣ ਬਿਆਨ ਨਹੀਂ ਕਰ ਸਕਦੇ। ਰੁਦਰ ਧਿਆਨ ਗਿਆਨ ਸਤਿਗੁਰ ਕੋ, ਅਤੇ ਇਸੇ ਤਰ੍ਹਾਂ ਲੋਕੀ ਕਹਿੰਦੇ ਨੇ ਰੁਦਰ ਦੇਵਤਾ ਕੋਈ ਬਹੁਤ ਵੱਡਾ ਗਿਆਨਵਾਨ ਸੀ, ਅਤੇ ਉਹ ਜਿਹੜੇ ਗਿਆਨ ਧਿਆਨ ਨੇ ਸਤਿਗੁਰੂ ਦੇ ਗਿਆਨ ਧਿਆਨ ਉਹਨਾਂ ਤੋਂ ਕਿਤੇ ਜ਼ਿਆਦਾ ਨੇ। ਕਵਿ ਜਨ ਭਲ ਉਹਨੂੰ ਜੋ ਗਾਵੈ, ਜਿਹੜਾ ਇਹਨੂੰ ਯਾਦ ਰੱਖਦਾ ਹੈ ਕਵੀ ਭਲ, ਜਿਹੜਾ ਇਹ ਕਹਿ ਰਿਹਾ ਇੱਥੇ ਲਿਖ ਕੇ ਸ਼ਬਦ ਦੇ ਰਾਹੀਂ, ਸਵਈਏ ਦੇ ਰਾਹੀਂ, ਕਿ ਜਿਹੜਾ ਇਹਨਾਂ ਨੂੰ ਗਾਉਂਦਾ ਇਹਨਾਂ ਨੂੰ ਧਿਆਉਂਦਾ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਤੇਰੀ ਵਡਿਆਈ ਕਿਸੇ ਦੇ ਨਾਲ ਮਿਲਾ ਕੇ ਨਹੀਂ ਕੀਤੀ ਜਾ ਸਕਦੀ। ਤੂੰ ਸਾਰਿਆਂ ਤੋਂ ਉੱਤਮ ਹੈ, ਮਹਾਨ ਹੈ। ਅਸੀਂ ਤੈਨੂੰ ਹੀ ਨਮਸਕਾਰ ਕਰਦੇ ਹਾਂ। ਤੂੰ ਬਹੁਤ ਸਾਡੇ ਵਾਸਤੇ ਪਰਉਪਕਾਰ ਕੀਤੇ ਨੇ। ਹੇ ਗੁਰੂ ਅਮਰਦਾਸ, ਤੂੰ ਆਪ ਵੀ ਭਲਾ ਹੈ, ਤੇਰੇ ਗੁਣ ਵੀ ਬਹੁਤ ਭਲੇ ਨੇ। ਤੂੰ ਭਲੇ ਕਾਰਜ ਲੋਕਾਂ ਵਾਸਤੇ ਬੇਅੰਤ ਤਰੀਕੇ ਨਾਲ ਕੀਤੇ ਨੇ। ਇਹ ਗੁਰੂ ਸਾਹਿਬ ਦੀ ਉਪਮਾ ਵਡਿਆਈ ਭੱਟਾਂ ਨੇ ਕੀਤੀ ਹੈ। ਅਤੇ ਇਹਨੂੰ ਕਈ ਲੋਕ ਕਹਿ ਦਿੰਦੇ ਨੇ ਇਹ ਤਾਂ ਜੀ ਦੇਵੀ ਦੇਵਤਿਆਂ ਬਣਾ ਕੇ ਰੱਖ ਦਿੱਤਾ ਉਹਨਾਂ ਨੂੰ। ਜਿਸ ਵਿਅਕਤੀ ਨੇ ਜਿਹੜੇ ਸਮਾਜ ਦੇ ਵਿੱਚ ਜਨਮ ਲਿਆ ਹੁੰਦਾ, ਉਸੇ ਦੀ ਸ਼ਬਦਾਵਲੀ ਦੇ ਰਾਹੀਂ ਉਹਨੇ ਆਪਣਾ ਜਿਹੜਾ ਮਨ ਦੇ ਵਿਚਾਰ ਨੇ ਉਹ ਪ੍ਰਗਟ ਕਰਨੇ ਹੁੰਦੇ ਨੇ। ਨਵੀਂ ਭਾਸ਼ਾ ਜੇ ਕਿਤੋਂ ਉਹ ਸਿੱਖ ਕੇ ਆ ਜਾਵੇ ਅਤੇ ਉਹ ਨਵੀਂ ਭਾਸ਼ਾ ਦੇ ਵਿੱਚ ਲੋਕਾਂ ਨੂੰ ਉਪਦੇਸ਼ ਕਰਨ ਲੱਗ ਪਵੇ ਤਾਂ ਉਹ ਤਾਂ ਕਿਸੇ ਦੇ ਸਮਝ ਹੀ ਨਹੀਂ ਆਉਣਾ। ਤੋ ਜਿਹੋ ਜਿਹੇ ਲੋਕਾਂ 'ਚ ਕੋਈ ਬੰਦਾ ਜਨਮ ਲੈਂਦਾ ਰਹਿੰਦਾ ਹੈ, ਵੱਡਾ ਹੋਇਆ, ਉਹਦਾ ਵੀ ਬੋਲਣ ਦਾ, ਕਹਿਣ ਦਾ, ਪੜ੍ਹਨ ਦਾ, ਸੁਣਨ ਦਾ ਉਸੇ ਤਰ੍ਹਾਂ ਦਾ ਸੁਭਾਅ ਬਣਿਆ ਹੁੰਦਾ, ਅਤੇ ਉਸ ਸੁਭਾਅ ਦੇ ਵਿੱਚੋਂ ਜਿਹੜੀ ਉਹਦਾ ਮਾਨਸਿਕ ਵਿਕਾਸ ਹੋਇਆ ਹੁੰਦਾ, ਫਿਰ ਉਹਦੇ ਰਾਹੀਂ ਲੋਕਾਂ ਨੂੰ ਉਸੇ ਭਾਸ਼ਾ ਦੇ ਵਿੱਚ ਉਹ ਸਿੱਧੇ ਰਾਹ ਪਾਉਣ ਦਾ ਉਪਰਾਲਾ ਕਰਦਾ, ਗਿਆਨ ਦਿੰਦਾ। ਗੁਰੂ ਸਾਹਿਬ ਨੇ ਵੀ ਇਸ ਤਰ੍ਹਾਂ ਦੀਆਂ ਜੋ ਉਦਾਹਰਣਾਂ ਗੁਰਬਾਣੀ 'ਚ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਨੇ, ਅਤੇ ਉਹਨਾਂ ਨੂੰ ਵੀ ਸਾਹਮਣੇ ਆਪਾਂ ਰੱਖ ਸਕਦੇ ਹਾਂ। ਭਗਤਾਂ ਨੇ ਵੀ ਇਹੋ ਜਿਹੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਨੇ, ਅਤੇ ਭੱਟਾਂ ਨੇ ਵੀ ਇਹ ਉਦਾਹਰਣਾਂ ਦਿੱਤੀਆਂ ਨੇ। ਅਤੇ ਅੰਤ ਨੂੰ ਇਹਨਾਂ ਨੇ ਬਾਰ-ਬਾਰ ਇਹ ਆਖਿਆ ਕਿ ਗੁਰੂ ਸਾਹਿਬ ਬਹੁਤ ਮਹਾਨ ਨੇ, ਬਹੁਤ ਵੱਡੇ ਨੇ, ਬਹੁਤ ਪਰਉਪਕਾਰੀ ਨੇ। ਇਹਨਾਂ ਨੇ ਸਾਡੇ ਸਮਾਜ ਦੇ ਲੋਕਾਂ ਵਾਸਤੇ ਬਹੁਤ ਕਾਰਜ ਕੀਤੇ ਨੇ। ਉਹ ਜਿਹੜੀਆਂ ਇੱਥੋਂ ਤੱਕ ਵੀ ਗੱਲਾਂ ਲਿਖੀਆਂ ਨੇ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਮਨ, ਇਹ ਸਾਰਾ ਸ਼ਬਦ ਜਦੋਂ ਪੜ੍ਹੋਗੇ ਭੱਟਾਂ ਦੇ ਸਵਈਆਂ 'ਚ, ਉੱਥੇ ਵੀ ਭਾਵ ਇਹੀ ਹੈ ਕਿ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਅਸੀਂ ਤਾਂ ਸਤਿਯੁਗ ਦੇ ਵਿੱਚ ਵੀ ਤੈਨੂੰ ਇਹ ਮਹਿਸੂਸ ਕਰਦੇ ਹਾਂ ਕਿ ਉਦੋਂ ਵੀ ਤੂੰ ਹੀ ਸੀ, ਅਤੇ ਜਿਹੜਾ ਦੁਆਪਰ ਦੇ ਵਿੱਚ ਵੀ ਤੂੰ ਹੀ ਸੀ, ਤ੍ਰੇਤੇ ਦੇ ਵਿੱਚ ਵੀ ਤੂੰ ਹੀ ਸੀ, ਅਤੇ ਅੱਜ ਵੀ ਤੂੰ ਹੀ ਸਾਡਾ ਕਾਰਜ ਸੰਵਾਰ ਰਹੇ ਹੈ, ਸਿੱਧੇ ਰਾਹ ਪਾ ਰਹੇ ਹੈ। ਹੁਣ ਇਹ ਗੁਰੂ ਨਾਨਕ ਸਾਹਿਬ ਜਾਂ ਬਾਕੀ ਗੁਰੂ ਸਾਹਿਬ ਸਤਿਯੁਗ ਦੇ ਵਿੱਚ, ਦੁਆਪਰ ਦੇ ਵਿੱਚ ਤਾਂ ਹੈ ਨਹੀਂ ਸੀ, ਪਰ ਉਹ ਸਤਿਕਾਰ ਪ੍ਰਗਟ ਕਰਦੇ ਹੋਏ ਭੱਟ ਇਸ ਤਰ੍ਹਾਂ ਦੇ ਉਦਾਹਰਣਾਂ ਅਲੰਕਾਰਾਂ ਦੀ ਵਰਤੋਂ ਕਰਦੇ ਨੇ। ਅਤੇ ਉਹ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਅਸੀਂ ਤੁਹਾਨੂੰ ਹੀ ਸਭ ਤੋਂ ਵੱਡੇ ਅਤੇ ਮਹਾਨ ਮੰਨਦੇ ਹਾਂ। ਸਵਾਲ ਨੰਬਰ 499, ਇਹ ਨੇ ਭਾਈ ਹਿੰਮਤ ਸਿੰਘ ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਨਿਹੰਗ ਸਿੰਘਾਂ ਬਾਰੇ ਚਾਨਣਾ ਪਾਓ ਜੀ। ਇਹ ਕਿਵੇਂ ਅਤੇ ਕਦੋਂ ਗੁਰੂ ਜੀ ਨੇ ਤਿਆਰ ਕੀਤੇ? ਇਹਨਾਂ ਦੀ ਸਮਾਜ ਨੂੰ ਕੀ ਦੇਣ ਹੈ? ਇਹਨਾਂ ਕੋਲ ਬਹੁਤ ਧਨ ਅਤੇ ਜਾਇਦਾਦਾਂ ਹਨ, ਪਰ ਕੋਈ ਉਸਾਰੂ ਕਾਰਜ ਵੀ ਇਹ ਕਰ ਰਹੇ ਨੇ ਕਿ ਨਹੀਂ ਕਰ ਰਹੇ? ਗੁਰੂ ਪਿਆਰ ਵਾਲਿਓ, ਪਹਿਲਾਂ ਤਾਂ ਸਾਰੇ ਹੀ ਸਿੱਖਾਂ ਦਾ ਬਾਣਾ ਜਿਹੋ ਜਿਹਾ ਕਿ ਉਹ ਪਾ ਸਕਦੇ ਸੀ, ਸਾਦੇ ਤੋਂ ਸਾਦਾ, ਕਿਉਂਕਿ ਅੱਜ ਵਾਂਗੂ ਨਾ ਤਾਂ ਕੱਪੜਾ ਮਿਲਦਾ ਸੀ,
ਨਾ ਮਸ਼ੀਨਾਂ ਵਗੈਰਾ ਸੀ, ਨਾ ਸੂਈ ਧਾਗੇ ਇੰਨੇ ਸੀ, ਨਾ ਸਾਡੇ ਘਰ ਘਾਟ ਸੀ, ਨਾ ਕਿਤੇ ਟਿਕ ਕੇ ਬੈਠਣ ਦਾ ਮੌਕਾ ਮਿਲਦਾ ਸੀ, ਅਤੇ ਸਿਰਾਂ ਦੇ ਮੁੱਲ ਪਏ ਸੀ। ਜੰਗਲਾਂ 'ਚ ਸਿੰਘ ਰਹਿੰਦੇ ਸੀ ਅਤੇ ਜਿਹੜੀ ਗੁਰੀਲਾ ਜੰਗ ਲੜੀ ਜਾ ਰਹੀ ਸੀ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਲਗਾਤਾਰ ਇਹ ਜੰਗ ਚੱਲਦੀ ਰਹੀ। ਗੁਰੂ ਸਾਹਿਬ ਨੇ ਆਪ ਵੀ ਕਿੰਨੀਆਂ ਜੰਗਾਂ ਲੜੀਆਂ ਨੇ, ਆਪਾਂ ਨੂੰ ਪਤਾ ਹੈ। ਉਸ ਹਾਲਾਤ ਦੇ ਵਿੱਚ ਲੰਮੇ ਝੱਗੇ ਅਤੇ ਤੇੜ ਕੱਛੇ ਕਛਹਿਰੇ ਜਿਹੋ ਜਿਹੇ ਵੀ ਬਣ ਸਕਦੇ ਸੀ ਉਹ ਪਾਏ, ਸਿਰ 'ਤੇ ਪਰਨੇ ਬੰਨ੍ਹ ਲੈਣੇ, ਜਿਹੋ ਜਿਹਾ ਕੱਪੜਾ ਮਿਲਣਾ। ਅਤੇ ਉਸ ਹਾਲਤ ਦੇ ਵਿੱਚ ਲਗਾਤਾਰ ਘੱਟੋ ਘੱਟ 100 ਕੁ ਸਾਲ ਸਿੱਖਾਂ ਨੂੰ ਗੁਜ਼ਰਨਾ ਪਿਆ। 2-3 ਪੀੜ੍ਹੀਆਂ 4 ਪੀੜ੍ਹੀਆਂ ਇਸ ਤਰ੍ਹਾਂ ਲੇਖੇ ਲੱਗ ਗਈਆਂ। ਜਦੋਂ ਇੱਕ ਮਹਾਬਲੀ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠੀਆਂ ਕਰਕੇ ਜੇਤੂ ਰੂਪ ਧਾਰਨ ਕਰ ਲਿਆ ਅਤੇ ਪੰਜਾਬ ਦੇ ਕੁਝ ਹਿੱਸੇ ਦੇ ਉੱਤੇ ਰਾਜ ਕਾਇਮ ਕਰ ਲਿਆ, ਅਤੇ ਉਸ ਰਾਜ ਨੂੰ ਅੱਗੇ ਵਧਾਉਣ ਵਾਸਤੇ ਉਹਨੇ ਸਕੀਮਾਂ ਤਿਆਰ ਕੀਤੀਆਂ, ਤਾਂ ਕੁਝ ਅੰਗਰੇਜ਼ ਅਫਸਰ ਉਹਨੇ ਸੱਦਾ ਦਿੱਤਾ, ਆਪਣੇ ਕੋਲੇ ਨੌਕਰੀ 'ਤੇ ਰੱਖ ਲਏ ਕਿ ਸਾਡੀ ਫੌਜ ਨੂੰ ਵੀ ਡਿਸਪਲਿਨ 'ਚ ਰਹਿਣ ਵਾਸਤੇ, ਚੰਗੀ ਵਰਦੀ ਪਾਉਣ ਵਾਸਤੇ, ਚੰਗੇ ਤਨਖਾਹ ਆਦਿਕ ਦਾ ਜਿਹੜਾ ਇਹਨਾਂ ਨੂੰ ਮਹੀਨੇਵਾਰੀ ਸਮੇਂ ਸਿਰ ਤਨਖਾਹ ਮਿਲੇ ਅਤੇ ਹੋਰ ਲੋੜਾਂ ਪੂਰੀਆਂ ਹੋਣ, ਉਹਦੇ ਵਾਸਤੇ ਡਿਸਪਲਿਨ ਇੱਕ ਤਿਆਰ ਕੀਤਾ ਜਾਵੇ। ਇਸ ਤਰ੍ਹਾਂ ਹਿੰਦੂਆਂ ਦੇ ਵਿੱਚੋਂ ਚੋਣਵੇਂ ਪੜ੍ਹੇ ਲਿਖੇ ਇਨਸਾਨ ਉਹ ਅੱਗੇ ਲਿਆਂਦੇ, ਮੁਸਲਮਾਨਾਂ ਦੇ ਵਿੱਚੋਂ ਪੜ੍ਹੇ ਲਿਖੇ ਇਨਸਾਨ ਉਹ ਅੱਗੇ ਲਿਆਂਦੇ। ਪੜ੍ਹੇ ਲਿਖਿਆਂ ਨੂੰ ਇਹ ਮੀਟਿੰਗਾਂ ਕਰਕੇ ਇਹ ਆਖਿਆ ਕਿ ਤੁਸੀਂ ਫੌਜ ਦੀ ਜਿਹੜੇ ਡਿਸਪਲਿਨ ਹੈ ਉਹਨੂੰ ਨਿਰਧਾਰਿਤ ਕਰੋ। ਤਾਂ ਫਿਰ ਉਸ ਸਮੇਂ ਵਰਦੀ, ਪਰੇਡ, ਲੈਫਟ ਰਾਈਟ ਜਿਹਨੂੰ ਕਹਿੰਦੇ ਆਪਾਂ, ਉਹ ਸਾਰੀ ਇਹਨਾਂ ਨੇ ਰਲ ਮਿਲ ਕੇ ਤਿਆਰ ਕੀਤੀ ਵੀ ਇਸ ਤਰ੍ਹਾਂ ਦਾ ਡਿਸਪਲਿਨ, ਇਸ ਤਰ੍ਹਾਂ ਦੀ ਪਰੇਡ, ਇਸ ਤਰ੍ਹਾਂ ਦਾ ਰਹਿਣਾ ਸਹਿਣਾ, ਉੱਠਣਾ ਬੈਠਣਾ, ਇਸ ਤਰ੍ਹਾਂ ਦੇ ਕੱਪੜੇ, ਇਹ ਸਾਰਾ ਕੁਝ ਨਿਰਧਾਰਿਤ ਹੌਲੀ ਹੌਲੀ ਕੀਤਾ ਗਿਆ। ਪਰ ਜਿਹੜੇ ਕੁਝ ਬੰਦੇ ਸੀ ਉਹ ਬਾਗੀ ਹੋ ਗਏ ਕਿ ਅਸੀਂ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਜਿਹੜੇ ਸਾਨੂੰ ਫੌਜ ਦੇ ਵਿੱਚ ਪਵਾਉਣ ਵਾਸਤੇ ਤੁਸੀਂ ਕਹਿ ਰਹੇ ਹੋ। ਅਤੇ ਕਾਫੀ ਵੱਡਾ ਧੜਾ ਇਹ ਹੋ ਗਿਆ। ਜਿਨ੍ਹਾਂ ਦਾ ਮੋਹਰੀ ਸੀ ਅਕਾਲੀ ਫੂਲਾ ਸਿੰਘ, ਉਹਨੇ ਇਹ ਕਹਿ ਦਿੱਤਾ, ਅਕਾਲੀ ਫੂਲਾ ਸਿੰਘ ਨੇ, ਕਿ ਅਸੀਂ ਤੁਹਾਡੀ ਮਦਦ ਤਾਂ ਕਰਾਂਗੇ, ਜੰਗ ਯੁੱਧ ਦੇ ਵਿੱਚ ਜਦੋਂ ਸਾਨੂੰ ਸੱਦਾ ਦਿਓਗੇ ਅਸੀਂ ਤੁਹਾਡੇ ਨਾਲ ਮੋਢਾ ਜੋੜ ਕੇ ਲੜਾਂਗੇ, ਪਰ ਅਸੀਂ ਇਸ ਡਿਸਪਲਿਨ ਨੂੰ ਨਹੀਂ ਮੰਨਾਂਗੇ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਹਿ ਦਿੱਤਾ, ਜਿਨ੍ਹਾਂ ਨੂੰ ਇਹ ਡਿਸਪਲਿਨ ਮਨਜ਼ੂਰ ਨਹੀਂ ਹੈ ਉਹ ਇੱਕ ਪਾਸੇ ਹੋ ਜਾਓ। ਉਹਨਾਂ ਨੂੰ ਬੈਠੇ ਬਿਠਾਇਆਂ ਨੂੰ ਮੈਂ ਖਰਚਾ ਦਿੰਦਾ ਰਵਾਂਗਾ, ਖਾਣ ਪੀਣ ਪਹਿਨਣ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਾਂਗਾ, ਆਪਣੀ ਮਰਜ਼ੀ ਨਾਲ ਤੁਸੀਂ ਜਿਵੇਂ ਜੀ ਕਰੇ ਜ਼ਿੰਦਗੀ ਜਿਉਂਦੇ ਰਹੋ, ਤੁਹਾਡੇ 'ਤੇ ਕੋਈ ਦਬਾਅ ਨਹੀਂ ਹੈ। ਜਦੋਂ ਮੈਨੂੰ ਲੋੜ ਪਵੇਗੀ ਮੈਂ ਤੁਹਾਨੂੰ ਚਿੱਠੀ ਲਿਖਾਂਗਾ, ਤੁਸੀਂ ਮੇਰੀ ਮਦਦ ਵਾਸਤੇ ਆ ਜਾਣਾ, ਪਰ ਬਾਕੀ ਜਿਹੜੀ ਫੌਜ ਹੈ ਇਹਦੇ ਵਿੱਚ ਕੋਈ ਰੁਕਾਵਟ ਖੜੀ ਨਾ ਕਰਨਾ। ਤਾਂ ਇਸ ਤਰ੍ਹਾਂ ਦਾ ਸਮਝੌਤਾ ਹੋ ਗਿਆ। ਤਾਂ ਉਹ ਨਿਹੰਗ ਸਿੰਘ ਜਿਨ੍ਹਾਂ ਨੂੰ ਵਿਹਲੇ ਬੈਠਿਆਂ ਨੂੰ ਇਸ ਤਰ੍ਹਾਂ ਦਾ ਖਰਚਾ ਆਦਿਕ ਮਿਲਦਾ ਰਿਹਾ, ਅਤੇ ਸਮਾਂ ਬੀਤਣ ਦੇ ਨਾਲ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਵਿੱਚ ਬਹੁਤ ਸਾਰੇ ਗਿਰਾਵਟ ਅਤੇ ਵਿਗਾੜ ਆਉਣੀ ਸ਼ੁਰੂ ਹੋ ਗਈ। ਅਤੇ ਉਹਨਾਂ ਨੇ ਉਦੋਂ ਵਿਹਲੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਜ਼ਮੀਨਾਂ ਵੀ ਨੱਪ ਲਈਆਂ, ਅਤੇ ਉਹਨਾਂ ਕੋਲ ਪੈਸਾ ਟਕਾ ਵੀ ਇਕੱਠਾ ਹੋ ਗਿਆ, ਅਤੇ ਕਈਆਂ ਥਾਵਾਂ 'ਤੇ ਲੁੱਟਾਂ ਮਾਰਾਂ ਵੀ ਪੁਰਾਤਨ ਸਮਿਆਂ 'ਚ ਹੁੰਦੀਆਂ ਰਹੀਆਂ ਨੇ। ਤੋ ਇਸ ਤਰ੍ਹਾਂ ਇਹ ਇੱਕ ਵੱਖਰਾ ਧੜਾ ਬਣ ਗਿਆ। ਉਦੋਂ ਬਾਅਦ ਜਦੋਂ ਵੀ ਕਿਤੇ ਜੰਗ ਯੁੱਧ ਲੱਗੇ ਨੇ ਸਿੱਖਾਂ ਦੀ ਆਜ਼ਾਦੀ ਵਾਸਤੇ, ਭਾਵੇਂ ਉਹ 47 ਵਾਲੀ ਆਜ਼ਾਦੀ ਹੈ, ਭਾਵੇਂ ਉਹ ਗੁਰਦੁਆਰਿਆਂ ਦੇ ਕਬਜ਼ਾ ਮਹੰਤਾਂ ਤੋਂ ਛਡਾਉਣ ਦੀ ਜਿਹੜੀ ਜੱਦੋ ਜਹਿਦ ਹੈ, ਉਹਦੇ ਵਿੱਚ ਕਿਤੇ ਵੀ ਨਿਹੰਗਾਂ ਦਾ ਕੋਈ ਯੋਗਦਾਨ ਸਾਨੂੰ ਨਹੀਂ ਮਿਲਦਾ। ਇਹ ਕੇਵਲ ਘੋੜੇ ਰੱਖ ਲੈਣੇ, ਵਿਹਲੇ ਡੇਰੇ ਬਣਾ ਕੇ ਬੈਠ ਜਾਣਾ, ਭੰਗ ਕੋਟ ਕੇ ਪੀ ਲੈਣੀ ਅਤੇ ਜ਼ਮੀਨਾਂ 'ਤੇ ਕਬਜ਼ੇ ਕਰ ਲੈਣੇ, ਇਸ ਤਰ੍ਹਾਂ ਦੇ ਕੰਮ ਤਾਂ ਇਹਨਾਂ ਨੇ ਬਹੁਤ ਕੀਤੇ ਨੇ। ਲੋਕਾਂ ਤੋਂ ਉਗਰਾਹੀਆਂ ਬਹੁਤ ਕੀਤੀਆਂ ਨੇ, ਪਰ ਸਮਾਜ ਦੇ ਭਲੇ ਵਾਸਤੇ ਇਹਨਾਂ ਨੇ ਕੋਈ ਜ਼ਿਕਰਯੋਗ ਕਾਰਜ ਨਹੀਂ ਕੀਤਾ। ਜੇ ਕਿਤੇ ਇਹਨਾਂ ਨੇ ਕੋਈ ਸਕੂਲ ਵਗੈਰਾ ਚਲਾਇਆ ਵੀ ਹੈ ਤਾਂ ਉਹ ਸਮਾਜ ਦੇ ਭਲੇ ਵਾਸਤੇ ਨਹੀਂ ਚਲਾਇਆ, ਬਲਕਿ ਉਹ ਵੀ ਵੱਡੀਆਂ ਫੀਸਾਂ ਲੈ ਕੇ ਬੱਚੇ ਪੜ੍ਹਾਏ ਜਾਂਦੇ ਨੇ। ਨਾਮ ਨਿਹੰਗਾਂ ਦਾ ਭਾਵੇਂ ਉਹਦੇ 'ਤੇ ਵੱਜਦਾ ਹੋਵੇ, ਨਾਮ ਭਾਵੇਂ ਲਿਖਿਆ ਹੋਵੇ, ਨਾਮ ਤਾਂ ਭਾਵੇਂ ਗੁਰੂ ਦਾ ਵੀ ਕਿਸੇ ਨੇ ਵਰਤਿਆ ਹੋਵੇ, ਜੇ ਸਮਾਜ ਦੇ ਭਲੇ ਵਾਸਤੇ ਉਹਦੇ ਵਿੱਚ ਕਾਰਜ ਨਹੀਂ ਹੋ ਰਹੇ ਤਾਂ ਫਿਰ ਉਹ ਨਾਮ ਵਰਤਣਾ ਬਿਲਕੁਲ ਨਜਾਇਜ਼ ਬਣ ਜਾਂਦਾ ਹੈ। ਤੋ ਗੁਰੂ ਪਿਆਰ ਵਾਲਿਓ, ਇਸ ਤਰ੍ਹਾਂ ਇਹਨਾਂ ਦਾ ਸਮਾਜ ਨੂੰ ਅੱਜ ਕੋਈ ਦੇਣ ਨਹੀਂ ਹੈ। ਆਪਾਂ ਦੇਖਦੇ ਹਾਂ ਕਦੀ ਤਲਵੰਡੀ ਸਾਬੋ, ਕਦੀ ਅਨੰਦਪੁਰ ਸਾਹਿਬ, ਜਦੋਂ ਵੀ ਵੱਡੇ ਇਕੱਠ ਹੁੰਦੇ ਨੇ ਉੱਥੇ ਘੋੜਿਆਂ ਨੂੰ ਭਜਾਉਣ ਤੋਂ ਬਿਨਾਂ ਜਾਂ ਗੱਤਕਾ ਖੇਡਣ ਤੋਂ ਬਿਨਾਂ ਜਾਂ ਫਿਰ ਘੋਟ ਕੇ ਭੰਗ ਪੀਣ ਤੋਂ ਬਿਨਾਂ ਇਹਨਾਂ ਦਾ ਕੋਈ ਹੋਰ ਸਾਨੂੰ ਜਿਹੜਾ ਜ਼ਿਕਰਯੋਗ ਕਾਰਨਾਮਾ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸਿੱਖਾਂ ਦੀ ਆਜ਼ਾਦੀ ਵਾਸਤੇ, ਸਿੱਖਾਂ ਦੀ ਵਿੱਦਿਆ ਵਾਸਤੇ, ਸਿੱਖਾਂ ਦੇ ਉੱਤੇ
ਕਿਤੇ ਜ਼ੁਲਮ ਹੁੰਦੇ ਨੇ ਉਹਨੂੰ ਰੋਕਣ ਵਾਸਤੇ ਇਹਨਾਂ ਦਾ ਅੱਜ ਤੱਕ ਕੋਈ ਯੋਗਦਾਨ ਕਿਧਰੇ ਵੀ ਦੇਖਣ ਨੂੰ, ਸੁਣਨ ਨੂੰ, ਪੜ੍ਹਨ ਨੂੰ ਨਹੀਂ ਮਿਲਿਆ। ਤਾਂ ਇਹਨਾਂ ਨੂੰ ਵੀ ਬਾਕੀ ਭੈਣਾਂ ਭਾਈਆਂ ਦੇ ਵਿੱਚ ਰਲ ਕੇ ਸਾਦੀ ਜ਼ਿੰਦਗੀ, ਪਰਿਵਾਰਕ ਜ਼ਿੰਦਗੀ ਜਿਉਣੀ ਚਾਹੀਦੀ ਹੈ, ਨਾ ਕਿ ਸਮਾਜ ਦੇ ਉੱਤੇ ਭਾਰ ਬਣਨਾ ਚਾਹੀਦਾ। ਜੇ ਇਹ ਨਹੀਂ ਇਸ ਤਰ੍ਹਾਂ ਕਰਦੇ ਤਾਂ ਸਾਨੂੰ ਤਾਂ ਘੱਟੋ ਘੱਟ ਸਾਵਧਾਨ ਹੋ ਜਾਣਾ ਚਾਹੀਦਾ ਕਿ ਅਸੀਂ ਸਮਾਜ ਦੇ ਭਲੇ ਵਾਸਤੇ ਉਸਾਰੂ ਕਾਰਜ ਕਰੀਏ, ਨਾ ਕਿ ਸਮਾਜ ਦੇ ਉੱਤੇ ਭਾਰ ਬਣੀਏ। ਸਵਾਲ ਨੰਬਰ 500 ਇਹ ਵੀ ਭਾਈ ਸਰਬਜੀਤ ਸਿੰਘ ਬੰਗਾ ਦਾ ਹੈ। ਇਹਨਾਂ ਦਾ ਸਵਾਲ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ ਬਾਰੇ ਕੁਝ ਦੱਸੋ, ਇਹਦੇ ਬਾਰੇ ਸਮਝ ਨਹੀਂ ਆ ਰਹੀ। ਇੱਥੇ ਧਿਆਨ ਰਵੇ ਕਿ ਇਹ ਜਿਹੜਾ ਸ਼ਬਦ ਹੈ ਜੋਗੀਆਂ ਦੇ ਨਾਲ ਜਦੋਂ ਗੋਸ਼ਟ ਹੋਈ ਹੈ, ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ 943 ਪੰਨੇ ਦੇ ਉੱਤੇ ਸੁਭਾਏਮਾਨ ਹੈ। ਉੱਥੇ ਜਿਹੜੇ ਸਵਾਲ ਜਵਾਬ ਚੱਲ ਰਹੇ ਨੇ ਉਹ ਤਾਂ ਅੱਗੇ ਪਿੱਛੇ ਹੋਰ ਬਹੁਤ ਕੁਝ ਹੈ, ਕੇਵਲ ਇਸ਼ਾਰੇ ਮਾਤਰ ਮੈਂ ਗੱਲ ਕਰਾਂਗਾ। ਪਾਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਾਵਨ ਆਰੰਭ ਭਾਵ ਕਿ ਸਵਾਸਾਂ ਤੋਂ, ਪਾਵਨ ਤੋਂ ਆਰੰਭ ਹੋਇਆ ਇਹ ਜਿਹੜਾ ਸ੍ਰਿਸ਼ਟੀ ਦਾ ਸਿਲਸਿਲਾ ਹੈ, ਇਹ ਮੰਨ ਲਿਆ ਜਾਵੇ। ਸਤਿਗੁਰ ਮਤ ਵੇਲਾ ਗਿਆਨ ਹੈ ਜਿਹੜਾ ਉਹ ਸਾਨੂੰ ਫਿਰ ਇਹਨਾਂ ਚੀਜ਼ਾਂ ਬਾਰੇ ਦੱਸਦਾ ਹੈ ਕਿ ਇਹ ਜਿਹੜਾ ਸ੍ਰਿਸ਼ਟੀ ਹੈ ਕਿਵੇਂ ਬਣੀ, ਮਨੁੱਖ ਕਿਵੇਂ ਬਣਿਆ। ਜਿਵੇਂ ਜਿਵੇਂ ਅਕਲ ਆਉਂਦੀ ਗਈ ਤਿਵੇਂ ਤਿਵੇਂ ਕੁਝ ਮਾਨਸਿਕ ਵਿਕਾਸ ਹੁੰਦਾ ਗਿਆ ਅਤੇ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਗਿਆ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਜਿਹੜਾ ਸ਼ਬਦ ਹੈ ਗਿਆਨ ਹੈ, ਇਹਨੂੰ ਜੇ ਗੁਰੂ ਮੰਨ ਲਈਏ, ਇਹਨੂੰ ਆਪਣੇ ਹਿਰਦੇ 'ਚ ਵਸਾ ਲਈਏ, ਸੁਰਤੀ ਨੂੰ ਟਿਕਾ ਲਈਏ, ਆਪਣੇ ਆਪ ਨੂੰ ਚੇਲਾ ਮੰਨ ਲਈਏ ਤਾਂ ਫਿਰ ਗੱਲ ਦੀ ਸਮਝ ਆ ਜਾਂਦੀ ਹੈ। ਅਕਥ ਕਥਾ ਲੈ ਰਹੋ ਨਿਰਾਲਾ, ਇਹ ਜਿਹੜੀ ਅਕਥ ਕਥਾ ਹੈ ਭਾਈ, ਇਹ ਬਿਆਨ ਕੀਤੀ ਜਾਣੀ ਬਹੁਤ ਔਖੀ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ, ਹੇ ਨਾਨਕ ਜੁਗਾਂ ਜੁਗਾਤਰਾਂ ਤੋਂ ਇਹੋ ਹੀ ਸਾਡਾ ਗੁਰੂ ਹੈ, ਜਿਹਨੂੰ ਅਸੀਂ ਗੋਪਾਲ ਵੀ ਕਹਿ ਦਿੰਦੇ ਹਾਂ। ਭਾਵ ਕਿ ਗੋ ਮੈਨੇ ਹੁੰਦਾ ਧਰਤੀ, ਪਾਲ ਮੈਨੇ ਧਰਤੀ ਨੂੰ ਪਾਲਣ ਵਾਲਾ, ਭਾਵ ਕਿ ਧਰਤੀ ਆਦਿਕ ਤੇ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ, ਸਾਰਿਆਂ ਵਾਸਤੇ ਇੰਨੇ ਤਰ੍ਹਾਂ ਦੇ ਧਨ ਪਦਾਰਥ ਭੋਜਨ ਆਦਿਕ ਦੇਣ ਵਾਲਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਇੱਕ ਸ਼ਬਦ ਦੇ ਨਾਲ ਇਹ ਜਿਹੜੀ ਗੱਲ ਮੈਂ ਆਖੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਦੇ 'ਤੇ ਵਿਚਾਰ ਕਰੋ। ਗੁਰਮੁਖ ਹਉਮੈ ਅਗਨ ਨਿਵਾਰੀ, ਜਿਹੜੇ ਗੁਰਮੁਖ ਨੇ ਉਹ ਹਉਮੈ ਰੂਪੀ ਅਗਨ ਨੂੰ ਖਤਮ ਕਰ ਦਿੰਦੇ ਨੇ। ਤੋ ਇਸ ਤਰ੍ਹਾਂ ਉਹ ਕਰਦੇ ਨੇ ਜਿਹੜਿਆਂ ਦਾ ਸ਼ਬਦ ਗੁਰੂ ਬਣ ਜਾਂਦਾ ਹੈ, ਭਾਵ ਕਿ ਜਿਹੜੇ ਗਿਆਨਵਾਨ ਬਣ ਜਾਂਦੇ ਨੇ। ਇਹ 73 ਪੌੜੀਆਂ ਦੀ ਲੰਮੀ ਬਾਣੀ ਹੈ, ਜਿਹਨੂੰ ਆਪਾਂ ਸਿੱਧ ਗੋਸ਼ਟ ਕਹਿੰਦੇ ਹਾਂ। ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤੇ ਨੇ ਅਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਜਵਾਬ ਦੇ ਰਹੇ ਨੇ। ਜਦੋਂ ਆਪਾਂ ਇਹ ਸਾਰੀ ਬਾਣੀ ਪੜ੍ਹਾਂਗੇ, ਅੱਗੇ ਪਿੱਛੇ ਸਾਰੇ ਸ਼ਬਦ ਪੜ੍ਹਾਂਗੇ ਤਾਂ ਗੱਲ ਹੋਰ ਵੀ ਕਲੀਅਰ ਹੋ ਜਾਵੇਗੀ। ਇੱਥੇ ਆਪਾਂ ਬਹੁਤਾ ਵਿਸਥਾਰ ਨਹੀਂ ਦੇ ਸਕਦੇ ਕਿਉਂਕਿ ਸਮੇਂ ਦੀ ਪਾਬੰਦੀ ਹੁੰਦੀ ਹੈ, ਤਾਂ ਕਿ ਅਸੀਂ ਸਮੇਂ ਸਿਰ ਸੰਗਤਾਂ ਤੱਕ ਇਹ 5-5 ਸਵਾਲਾਂ ਦਾ ਜਿਹੜਾ ਕਲਿੱਪ ਹੈ ਇਹ ਭੇਜਦੇ ਰਹੀਏ। ਅਤੇ ਤੁਸੀਂ ਕਦੀ ਜਿਹੜੀ ਪੋਥੀ ਹੈ ਸਿੱਧ ਗੋਸ਼ਟ ਵਾਲੀ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਕੀਤੇ ਹੋਏ ਨੇ ਉਹ ਲੈ ਕੇ ਪੜ੍ਹ ਸਕਦੇ ਹੋ, ਅਤੇ ਗਿਆਨ ਦੇ ਵਿੱਚ ਵਾਧਾ ਹੁੰਦੇ ਰਹਿਣਾ ਸਦਾ ਜ਼ਰੂਰੀ ਹੈ। ਇਤਨੇ ਕੁ ਬਚਨ ਪ੍ਰਵਾਨ ਕਰਨੇ। ਬੋਲਦੇ ਹਾਂ ਕਈ ਸਾਰੀਆਂ ਕਮੀਆਂ ਰਹਿ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਉਹਦੇ ਲਈ ਦਾਸ ਖਿਮਾ ਦਾ ਜਾਚਕ ਹੈ। ਤਤ ਗੁਰਮਤਿ ਗਿਆਨ YouTube ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਹਨਾਂ ਚੀਜ਼ਾਂ ਨੂੰ ਬਾਕੀ ਸੰਗਤਾਂ ਤੱਕ ਪਹੁੰਚਾਉਣ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਓ, ਤਾਂ ਕਿ ਸਾਡੇ ਸਿੱਖ ਮਾਈ ਭਾਈ ਨੂੰ ਵਿਗਿਆਨਕ ਢੰਗ ਦੇ ਨਾਲ ਗੁਰਬਾਣੀ ਦਾ, ਸਾਹਿਤ ਦਾ, ਇਤਿਹਾਸ ਦਾ ਪਤਾ ਲੱਗਦਾ ਰਹੇ ਅਤੇ ਮਾਨਸਿਕ ਵਿਕਾਸ ਹੁੰਦਾ ਰਹੇ। ਗੁਰਬਾਣੀ ਦਾ ਚਾਨਣ ਸਾਡੇ ਹਿਰਦੇ 'ਚ ਵੱਸਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।